गुसाई मेरे रखिया करो, रखिया करो गुसाई मेरे रखिया करो, रखिया करो गुसाई मेरे रखिया करो, रखिया करो गुसाई मेरे रखिया करो। मैं नाम तेरा यादार, मैं नाम तेरा यादार, रखिया करो गुसाई मेरे रखिया करो, रखिया करो गुसाई मेरे रखिया करो, रखिया करो गुसाई मेरे रखिया करो, रखिया करो गुसाई मेरे रखिया करो। मैं नाम तेरा यादार, मैं नाम तेरा यादार, रखिया करो गुसाई मेरे रखिया करो, रखिया करो गुसाई मेरे रखिया करो, गुसाई मेरे रखिया करो, रखिया करो गुसाई मेरे रखिया करो। जां तू साहिब तापों के हाँ, 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 तुद बिन किस सलाही, हाँ तुद बिन किस सलाही, रखिया करो गुसाई मेरे रखिया करो, रखिया करो गुसाई मेरे रखिया करो, रखिया करो गुसाई मेरे रखिया करो, रखिया करो गुसाई मेरे रखिया करो। एक तू तां सब किछ है, 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 मैं तुद बिन दूजा नाथ,
ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹਿਰਦੇ ਤੇ ਪਲੀਜ਼ ਧਿਆਨ ਰੱਖਣਾ ਜੀ। ਫੋਕਸ ਐਟ the ਹਿਰਦਾ please, heart area. ਆਨੜੀਏ ਮਾਨੜਾ ਕਾਹੇ ਕਰੇ, ਕਾਹੇ ਕਰੇ ਕਰੇ ਯਾਨੀ ਹੈ ਤੂੰ। ਮਹਾਰਾਜ ਜੀ ਆਪਾਂ ਨੂੰ ਕਹਿੰਦੇ ਤੈਨੂੰ ਪਤਾ ਨਹੀਂ ਕੁਛ ਵੀ। ਕਿਉਂਕਿ ਦੁਨੀਆ ਵਿੱਚੋਂ ਤੇ ਕੁਛ ਪਤਾ ਨਹੀਂ ਲੱਗ ਸਕਣਾ ਸੀ, ਸਾਡੇ ਕੋਲੋਂ ਪਤਾ ਲੱਗਣਾ ਸੀ ਤੇ ਉਹ ਤੂੰ ਲਾਇਆ ਨਹੀਂ, ਉਹ ਤੂੰ ਲਾਇਆ ਨਹੀਂ। ਆਨੜੀਏ ਮਾਨੜਾ ਕਾਏ ਕਰੇ। ਮਹਾਰਾਜ ਜੀ says, ਆਨੜੀ ਇਹ ਪਾਕਿਸਤਾਨ ਵਿੱਚ ਇੱਕ ਇਲਾਕਾ ਹੈ ਜੀ, ਜੋ ਲਾਹੌਰ ਤੋਂ ਹੇਠਾਂ ਨੂੰ ਕਰਕੇ ਹੇਠਾਂ ਤੇ ਪੱਛਮ ਵੱਲ ਨੂੰ, ਹੇਠਾਂ ਦਾ ਮਤਲਬ ਇੱਧਰ ਸਮੁੰਦਰ ਵੱਲ, ਤੇ ਅੰਤਾਂ ਦੀ ਪਿਆਰਾਂ ਦੀ ਬੋਲੀ ਉਹਦੇ ਨਾਲ, ਤੇ ਉਸ ਇਲਾਕੇ ਦੀ ਇਹ ਆਨੜੀ। ਤੇ ਰਾੜਾ ਸ਼ਬਦ ਉਹਨਾਂ ਦੀ ਬੋਲੀ ਵਿੱਚ ਆਉਂਦਾ ਜਦੋਂ ਬਹੁਤ ਹੀ ਕੋਈ ਪਿਆਰਾਂ ਦੀ ਗੱਲ ਕਰਨੀ ਹੋਵੇ। ਰਾੜਾ ਇਹ ਆਨੜੀ ਆਪਾਂ ਨੂੰ ਬਹੁਤ ਹੀ ਪਿਆਰਾਂ ਨਾਲ ਕਹਿੰਦੇ, ਨਾਰਾਜ਼ਗੀ ਨਾਲ ਨਹੀਂ, ਪਿਆਰਾਂ ਨਾਲ। ਤੂੰ ਆਣੀ ਹੈ। He tells us with utmost tender love that you are not aware of this drama or about yourself. But you take pride in many things. ਪਰ ਤੂੰ ਕਈ ਚੀਜ਼ਾਂ ਵਿੱਚ ਬਹੁਤ ਤੈਨੂੰ ਮਾਣ ਹੈ,
ਕਈ ਜਿਨ੍ਹਾਂ ਨੂੰ ਤੂੰ ਆਪਣੇ ਬਣਾਇਆ ਹੋਇਆ ਉਹਨਾਂ ਤੇ ਮਾਣ ਹੈ। ਤੇਰੇ ਤੋਂ ਪਰਾਂ ਜੋ ਹਨ ਉਹਨਾਂ ਤੇ ਤੈਨੂੰ ਮਾਣ ਹੈ। ਭਾਵੇਂ ਉਹ ਕੋਈ ਪ੍ਰਾਣੀ ਹੈ ਜਾਂ ਪ੍ਰੋਪਰਟੀ ਹੈ, ਕੁਛ ਹੈ, ਤੇਰੇ ਤੋਂ ਪਰਾਂ ਤੇ ਤੂੰ ਉਹਨਾਂ ਦਾ ਮਾਣ ਕਿਸ ਤਰ੍ਹਾਂ ਕਰ ਸਕਦੀ ਹੈ? ਆਪਣੇ ਤੇ ਵੀ ਨਹੀਂ ਮਾਣ ਕਰ ਸਕਦੀ, ਕਿਉਂਕਿ ਤੇਰਾ ਤੇ ਆਪਾ ਵੀ ਆਪਾ ਨਹੀਂ। ਕਿਸੇ ਨੇ ਘੜਿਆ, ਕੋਈ ਚਲਾ ਰਿਹਾ। Maharaj Ji is telling us that how can you take pride in anybody or any property or anything or even any virtues? Nothing is yours. In ignorance, you are taking pride. ਤੁਹਾਡੇ ਨਾਲ ਹੀ ਜੀ ਦਿਲ ਦੀ ਗੱਲ ਕਰ ਸਕਦੇ ਹਾਂ। ਜੋ ਜਾਗੇ ਹੋਏ ਹਨ ਥੋੜੇ, ਦੁਨੀਆ ਨਾਲ ਕੀ ਗੱਲ ਕਰਾਂਗੇ ਆਪਾਂ। ਪਰ ਰਾਤੀ ਅਸੀਂ ਸੰਗਤ ਨੂੰ ਤੋਰ ਰਹੇ ਸਾਂ ਤੇ ਸਾਡਾ ਅੰਦਰ ਬਹੁਤ ਵੈਰਾਗ ਹੋਈ ਤੇ ਸਾਡੇ ਅੰਦਰੋਂ ਆਈ ਕਿ ਅਜੇ ਹੁਣੇ ਹੀ ਤੇ ਆਇਆ ਸੈਂ, ਅਜੇ ਹੁਣੇ ਹੀ ਤੇ ਆਇਆ ਸੈਂ, ਵੇ ਹੁਣੇ ਕਿਉਂ ਤੁਰ ਚੱਲਿਆ। ਬਹੁਤ ਵੈਰਾਗ ਸੀ ਸਾਡੇ ਅੰਦਰ। ਪਰ ਅਸੀਂ ਦੇਖਿਆ 2-3 ਪ੍ਰਾਣੀਆਂ ਨੂੰ ਸਿਰਫ ਉਹ ਗੱਲ ਸੁਣੀ, ਭਾਵੇਂ ਉੱਥੇ ਤਕਰੀਬਨ 150-200 ਪ੍ਰਾਣੀ ਹੋਣੇ, ਸਿਰਫ 2-3 ਪ੍ਰਾਣੀਆਂ ਨੂੰ ਉਹ ਗੱਲ ਸੁਣੀ, ਬਾਕੀਆਂ ਨੂੰ ਸੁਣੀ ਨਹੀਂ। ਜਿਨ੍ਹਾਂ ਨੂੰ ਸੁਣੀ ਉਹ ਵੀ ਰੋ ਪਏ, ਉਹ ਵੀ ਰੋ ਪਏ। ਆਪਾਂ ਬਹੁਤ ਡੂੰਘੀ ਤਰ੍ਹਾਂ ਮਨ ਦੇ ਹੱਥ ਵਿੱਚ ਹਾਂ ਜੀ। ਉਹ ਆਪਾਂ ਨੂੰ ਕੁਛ ਸੁਣ ਨਹੀਂ ਦਿੰਦਾ, ਕੁਛ ਵੇਖਣ ਨਹੀਂ ਦਿੰਦਾ, ਕੁਛ ਸਮਝਣ ਨਹੀਂ ਦਿੰਦਾ। ਜਾਂ ਨੜੀਏ ਮਾਨੜਾ ਕਾਏ ਕਰੇ। ਤੇ ਐਵੇਂ ਜਿਹੜੇ ਸੁਣ ਨਹੀਂ ਸਕੇ, ਉਹ ਕਿਉਂ ਨਹੀਂ ਸੁਣ ਸਕੇ? ਉਹ ਉਹਨਾਂ ਦੇ ਅੰਦਰ ਇੱਕ ਅਵੇਅਰਨੈਸ ਸੀ। ਉਹ ਜਾਗਦੇ ਸਨ ਬਾਹਰ ਵੱਲੋਂ ਕਿ ਮੈਂ ਕਿੱਥੇ ਖਲੋਤਾ ਹਾਂ, ਖਲੋਤੀ ਹਾਂ। ਜਿੱਥੇ ਮੈਂ ਖਲੋਤਾ ਹਾਂ ਮੈਨੂੰ ਕੌਣ ਕੌਣ ਦੇਖ ਸਕਦੇ ਹਨ ਜਾਂ ਦੇਖ ਰਹੇ ਹਨ। ਉਹ ਕਿੰਨਾ ਫਜ਼ੂਲ ਜਿਹਾ ਖਿਆਲ, ਕਿੰਨੇ ਫਜ਼ੂਲ ਜਿਹੇ ਖਿਆਲ ਨੇ। ਕੋਈ ਦਿਲ ਦੀ ਗੱਲ ਦਿਲ ਤੱਕ ਜਾਣ ਨਾ ਦਿੱਤੀ। ਫਜ਼ੂਲ ਜਿਹਾ ਖਿਆਲ। ਹਰ ਇੱਕ ਨੂੰ ਆਪੋ ਆਪਣਾ ਹੈ। ਮੈਨੂੰ ਕੌਣ ਦੇਖ ਰਿਹਾ? ਆਪਣੀ ਨਹੀਂ ਪਰਵਾਹ ਦੁਨੀਆ ਨੂੰ ਜੀ। ਆਪਾਂ ਐਵੇਂ ਸਮਝ ਰਹੇ ਹਾਂ ਕਿ ਮੈਨੂੰ ਸਾਰੇ ਦੇਖ। ਤੇ ਕਿਉਂ ਦਿਲ ਦੀ ਗੱਲ ਦਿਲ ਨੂੰ ਸੁਣ ਨਹੀਂ ਦਿੱਤੀ, ਵਿੱਚ ਮਨ ਖਲੋਤਾ ਹੋਇਆ ਸੀ। ਔਰ ਆਪਾਂ ਜਿਉਂ ਜਾਗਾਂਗੇ ਤਿਉਂ ਦੇਖਾਂਗੇ ਕਿ ਆਪਾਂ ਕਿਉਂ ਮਹਾਰਾਜ ਜੀ ਸੁਣ ਤੇ ਇੰਨਾ ਜ਼ੋਰ ਦਿੰਦੇ। ਕਿਉਂਕਿ ਆਪਾਂ ਕੁਛ ਵੀ, ਆਪਾਂ ਸਿਰਫ ਉਹ ਸੁਣਦੇ ਹਾਂ ਜਾਂ ਸੁਣਨਾ ਚਾਹੁੰਦੇ ਹਾਂ।
ਸੋਹਣੇ ਕੱਪੜੇ ਪਾਏ ਹਨ, ਸੁਣਨਾ ਚਾਹੁੰਦੇ ਹਾਂ ਕੋਈ ਆਖੇ ਤੂੰ ਬਹੁਤ ਸੋਹਣਾ, ਬਹੁਤ ਸੋਹਣਾ ਸੂਟ ਪਾਇਆ। ਤੇ ਜੇ ਕਿਸੇ ਨੇ ਆਖਿਆ ਹੀ ਨਹੀਂ ਤੇ ਫਿਰ ਪਾਇਆ ਕਿਉਂ? ਸੋਹਣਾ ਪਾਇਆ ਇਸ ਲਈ ਹੈ ਕਿ ਮੈਨੂੰ ਲੋਕੀ ਵੇਖਣ। ਹਾਂਜੀ, ਵੇਖਣ। ਲੋਕੀ ਕੋਈ ਨਹੀਂ ਦੇਖਦਾ, ਉਹ ਸੂਟ ਨੂੰ ਦੇਖ ਲੈਂਦੇ। ਉਹ ਵੀ ਜਾ ਕੇ ਉਹ ਜਿਹਾ ਖਰੀਦ ਲੈਂਦੇ। ਦੇਖਣਾ ਜੀ, ਜ਼ਿੰਦਗੀ ਕਿੰਨੀ ਮਹਿੰਗੀ, ਕਿੰਨੀ ਗਹਿਰੀ, ਔਰ ਕਿੰਨੇ ਥੋਥੇ ਜਿਹੇ ਖਿਆਲਾਂ ਦੇ ਵਿੱਚ ਮਨ ਆਪਾਂ ਨੂੰ ਰੱਖਦਾ ਜੀ। ਬਹੁਤ ਬੰਦਗੀ ਤੋਂ ਬਾਅਦ ਆ ਜਿਹੜੀਆਂ ਮੁੱਢਲੀਆਂ ਚੀਜ਼ਾਂ ਇਹਨਾਂ ਦੀ ਸਮਝ ਆਉਣ ਲੱਗਦੀ। ਮੁੱਢਲੀਆਂ ਚੀਜ਼ਾਂ ਆਫਟਰ a long time of doing meditation, sangat, we just start understanding the basic reality. ਮੁੱਢਲੀਆਂ ਚੀਜ਼ਾਂ, ਊੜਾ ਐੜਾ। ਇਹ ਆਂਧੜੀਏ ਮਾਨੜਾ ਕਾਇਕ ਹਿਰਦੇ ਵਿੱਚ ਮਹਿਸੂਸ ਕਰਦੇ ਰਹਿਣਾ ਜੀ। ਬਹੁਤ ਬਹੁਤ ਬੀਬੇ ਸੀ। ਆਪਨੜਾ ਕਰ ਹਰ ਰੰਗੋ ਕੀ ਨਮਣ। ਤੇਰੇ ਘਰ ਵਿੱਚ ਪਰਮਾਤਮਾ ਦਾ ਇਸ਼ਕ ਵਸਦਾ ਹੈ। ਹਰ ਰੰਗੋ ਪਰਮਾਤਮਾ ਦਾ ਇਸ਼ਕ। ਤੇਰੇ ਅੰਦਰ ਪਰਮਾਤਮਾ ਦਾ ਇਸ਼ਕ ਵਸਦਾ ਹੈ। ਉਹ ਤੇਰੇ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਹ ਪਿਆਰ ਹੀ ਸਭ ਕੁਛ ਤੇਰੇ ਅੰਦਰ ਕਰ ਰਿਹਾ ਹੈ, ਜੋ ਤੈਨੂੰ ਜੀਂਦਾ ਰੱਖਣ ਲਈ। ਕੱਲ੍ਹ ਆਪਾਂ ਇੱਕ ਧਾਰਨਾ ਪੜ੍ਹੀ, ਪੁੱਛਦੇ ਸਾਨੂੰ ਜੀ ਤੁਸੀਂ ਸਾਨੂੰ ਕਿਉਂ ਘੜਿਆ, ਤੁਹਾਨੂੰ ਕੋਈ ਜ਼ਰੂਰਤ ਸੀ? ਵਾਰਿਸ ਸ਼ਾਹ ਨੇ ਹੀਰ ਤੇ ਰਾਂਝੇ ਦਾ ਕਿੱਸਾ ਲਿਖਿਆ। ਵਾਰਿਸ ਸ਼ਾਹ ਨੂੰ ਕਿਸੇ ਨੇ ਪੁੱਛਿਆ ਕਿ ਸਭ ਤੋਂ ਪਹਿਲਾਂ ਇਸ਼ਕ ਕਿਹਨੇ ਕੀਤਾ? ਉਹ ਕਹਿੰਦਾ ਰੱਬ ਨੇ। ਕਿਹਦੇ ਨਾਲ? ਮੁਹੰਮਦ ਸਾਹਿਬ ਨਾਲ। ਆਪਾਂ ਸਮਝ ਸਕਦੇ ਮੁਹੰਮਦ ਸਾਹਿਬ ਉਹਨਾਂ ਦਾ ਪੈਗੰਬਰ ਹਨ, ਉਹਨੂੰ ਪਿਆਰ ਕਰਦੇ ਹਨ। ਸੋ ਰੱਬ ਇਸ਼ਕ ਕਰਦਾ ਹੈ ਹਰ ਰੰਗੋ। ਆਪਣਾ ਮਨ ਮੋਹ ਮਾਇਆ ਵਿੱਚ, ਮੋਹ ਵਿੱਚ ਪੈਂਦਾ ਹੈ। ਰੱਬ ਆਪਣੇ ਨਾਲ ਇਸ਼ਕ ਕਰਦਾ ਹੈ। ਤਾਂ ਹੀ ਉਹ ਆਖਦਾ ਹੈ ਗੁਰਮੁਖ ਸੱਚੀ ਆਸ਼ਕੀ। ਕਹਿੰਦੇ ਅਸੀਂ ਤੇਰੇ ਨਾਲ ਸੱਚੀ ਆਸ਼ਕੀ ਕਰਦੇ, ਤੂੰ ਵੀ ਸੱਚੀ ਆਸ਼ਕੀ ਕਰ। ਰੱਬ ਆਪਾਂ ਨੂੰ ਕੱਲ੍ਹ ਵਾਲੇ ਸਵਾਲ ਦਾ ਜਵਾਬ ਕਿਉਂ ਆਖਦਾ ਕਿ ਹਾਂ ਮੇਰੀ ਵੀ ਜ਼ਰੂਰਤ ਹੈ, ਮੈਂ ਇਸ਼ਕ ਕਰਦਾ। ਇਸ਼ਕ ਤੇ ਤੇਰੇ ਨਾਲ ਇਸ਼ਕ ਕਰਨ ਲਈ ਤੈਨੂੰ ਘੜਿਆ ਹੈ। ਤੇਰੇ ਨਾਲ ਇਸ਼ਕ, ਉਹ ਆਪਣੇ ਸਾਰਿਆਂ ਨਾਲ ਹੀ ਇਸ਼ਕ ਕਰਨਾ ਚਾਹੁੰਦਾ, ਪਰ ਬਹੁਤੀ ਵਾਰ ਇਸ਼ਕ ਉਹਦੇ ਵੱਲੋਂ ਹੀ ਰਹਿ ਜਾਂਦਾ, ਆਪਣੇ ਵੱਲੋਂ ਨਾ ਪਛਾਣਿਆ ਜਾਂਦਾ, ਨਾ ਕੀਤਾ ਜਾਂਦਾ। ਤੇ ਇਸ ਕਹਾਣੀ ਦੀ ਕੀਮਤ ਨਹੀਂ ਪਾਈ ਜਾਂਦੀ। ਕਹਾਣੀ ਸਮਝੀ ਨਹੀਂ ਸੀ। God does ishq with his creation. He wants us all to have ishq with him because he has ishq with us. But most of the time, this thing that does not sink in, and we remain untouched
by this most beautiful experience. ਆਪਣੜਾ ਕਰ ਉਹਨਾਂ ਨੂੰ ਹਿਰਦੇ 'ਚ ਮਹਿਸੂਸ ਕਰਨਾ। ਆਪਣੜਾ ਕਰ ਹਰ ਰੰਗੋ ਕੀ ਨਾ ਮਾਣੇ। ਕਹਿੰਦੇ ਤੇਰੇ ਘਰ ਵਿੱਚ ਇਸ਼ਕ ਵਸਦਾ, ਤੂੰ ਉਹ ਕਿਉਂ ਨਹੀਂ ਮੰਨਦੀ? ਆਪਾਂ ਨੂੰ ਸਵਾਲ ਪੁੱਛਦੇ, ਆਪਣਾ ਕੀ ਜਵਾਬ ਹੋਊ ਜੀ? ਮੈਂ ਸੂਟ ਲੈਣ ਜਾਣਾ ਸੀ। ਹਾਂਜੀ, ਪੈਂਟ ਫਿੱਟ ਨਹੀਂ ਆਈ ਸੀ। ਹਰ ਰੰਗੋ ਕੀ ਨਾ ਮਾਣ। ਵੈਰਾਗ ਜੀ ਸੁਣ ਜਾਵੇ ਕਿਤੇ ਆਪਾਂ ਨੂੰ ਉਹਨਾਂ ਦਾ ਬਚਨ, ਕੋਈ ਸੁਣ ਜਾਵੇ ਕਿਤੇ। ਹਰ ਰੰਗ ਜਿਹਨੂੰ ਸੁਣ ਗਿਆ ਉਹ ਖਲੋ ਜੂਗਾ, ਉਹਦੀ ਜ਼ਿੰਦਗੀ ਉੱਥੇ ਖਲੋ ਜਾਣੀ ਕਿ ਮਹਾਰਾਜ ਜੀ ਮੇਰੇ ਕੋਲੋਂ ਸਵਾਲ ਪੁੱਛ ਰਹੇ। ਤੇ ਸਵਾਲ ਜਦੋਂ ਕੋਈ ਪੁੱਛਦਾ, ਕਾਹਦੇ ਲਈ ਪੁੱਛਦਾ? ਉੱਤਰ ਮੰਗਦਾ ਉਹਦਾ। ਮਹਾਰਾਜ ਜੀ is asking me a question. And he is not asking me a question for the sake of asking a question. He wants an answer from me. Why? Why? ਤੈਨੂੰ ਮੈਂ ਇਹੋ ਜਿਹਾ ਸਰੀਰ ਘੜ ਕੇ ਦਿੱਤਾ, ਇੰਨਾ ਮੁਸ਼ਕਲ ਹੈ ਸਾਰੇ ਨੂੰ ਚਲਾਉਣਾ, ਰਾਤ ਦਿਨੇ ਮੈਂ ਕਰਦਾ ਹੋ ਕੰਮ। ਇਹ ਕੀਤਾ ਸੀ ਤੇਰੇ ਨਾਲ ਇਸ਼ਕ ਕਰਨ ਨੂੰ, ਕਿ ਤੂੰ ਵੀ ਅੱਗੋਂ ਇਸ਼ਕ ਕਰੇਂਗਾ, ਤੇ ਤੈਨੂੰ ਪਤਾ ਹੀ ਨਹੀਂ। ਇੱਦਾਂ ਕਿਉਂ ਹੋਇਆ? ਹਰ ਰੰਗੋ ਕੀ ਨਾ ਮਾਣ, ਹਰ ਰੰਗੋ ਕੀ ਨਾ ਮਾਣ। ਹਰ ਰੰਗੋ ਹਰ ਸੋ ਨੇੜੇ ਤਨ ਕਮਲੀਏ। ਕੋਈ ਆਖਦਾ ਇੰਨੇ ਪਿਆਰਿਆਂ ਨਾਲ ਤੂੰ ਤੇ ਕਮਲਾ, ਤੂੰ ਤੇ ਕਮਲਾ। ਆਪਣੇ ਵਿੱਚ ਜ਼ਰੂਰਤ ਨਹੀਂ ਕਿਸੇ ਨੂੰ ਇਹ ਕਹਿਣ ਦੇਣ ਦੀ ਤੂੰ ਤੇ ਕਮਲਾ, ਕਿਉਂਕਿ ਇਹ ਹੱਕ, ਜਿਹਦਾ ਹੱਕ ਹੋਵੇ ਇੰਨਾ ਨੇੜੇ ਹੋਣ ਦਾ, ਸਿਰਫ ਉਹ ਕਹਿ ਸਕਦਾ ਹੈ ਤੂੰ ਕਮਲਾ। ਜਿਹੜਾ ਕੋਈ ਦੂਸਰੇ ਦੇ ਇੰਨਾ ਨੇੜੇ ਹੋਵੇ, ਮਹਾਰਾਜ ਜੀ ਕਹਿੰਦੇ ਤੂੰ ਤੇ ਕਮਲੀ। ਅਸੀਂ ਤੇ ਕਮਲੀ ਨਹੀਂ ਬਣਾਈ ਸੀ, ਤੂੰ ਕਮਲੀ ਕਿਸ ਤਰ੍ਹਾਂ ਹੋ ਗਈ? ਅਸੀਂ ਤਾਂ ਨਹੀਂ ਕਮਲਾ ਕਿਸੇ ਨੂੰ ਬਣਾਇਆ ਸੀ। ਸੋ ਨੇੜੇ ਤਨ ਕਮਲੀਏ, out of infinite love for us, out of his ishq for us, he calls us, you are a crazy person. I didn't create you a crazy person, but you have become crazy. I'm so close to you. ਸੋ ਨੇੜੇ ਤਨ ਕਮਲੀਏ, ਤਨ ਕਮਲੀ। ਆਪਣੇ ਆਪ ਨੂੰ ਸੁਣਾਉਣਾ ਜੀ, ਦੇਖੀ ਜੇ ਆਪਾਂ ਸੁਣਾ ਸਕਦੇ ਹਾਂ ਅੰਦਰ ਨੂੰ। ਆਪਾਂ ਗਾਉਣਾ
ਤੇ ਅੰਦਰ ਨੂੰ ਸੁਣੋ, ਮਹਿਸੂਸ ਕਰਨਾ ਕਿ ਮਹਾਰਾਜ ਜੀ ਆਪਾਂ ਨੂੰ ਕਹਿ ਰਹੇ ਧੰਨ ਕਮਲੀਏ। ਕਿ ਆਪਾਂ ਸੁਣ ਸਕਦੇ ਹਾਂ? ਕਿ ਆਪਾਂ ਨੂੰ ਸੁਣਦਾ ਹੈ? ਜੇ ਸੁਣ ਗਿਆ ਤੇ ਅੰਦਰ ਵਿਲਕੂਗਾ ਜੀ, ਕਿਉਂਕਿ ਉਹ ਸਵਾਲ ਪੁੱਛ ਰਿਹਾ ਕੋਈ। ਜੇ ਆਪਾਂ ਭੁੱਲ ਜਾਣਾ ਕਿ ਪਲੀਜ਼ ਇਹ ਮਨ ਦੀ ਆਦਤ ਨੂੰ ਤਾਂ ਹਟਣੀ ਜਦੋਂ ਉਹਦੇ ਨਾਲ ਆਪਣਾ ਇਸ਼ਕ ਪਿਆ। ਇਸ਼ਕ ਇਸ਼ਕ ਨਚਾਇਆ ਕਰ ਥਈਆ ਥਈਆ, ਗੁਰ ਕੇ ਆਗੇ ਨਾਚ ਰੇ ਮਨ, ਨਾਚ ਰੇ। ਤਨ ਕਮਲੀਏ, ਤਨ ਕਮਲੀਏ, ਤਨ ਕਮਲੀਏ, ਤਨ ਕਮਲੀਏ, ਕਮਲੀਏ। ਜੀ ਮਹਿਸੂਸ ਕਰਨਾ ਕਿ ਆਪਣੇ ਚਾਰ ਚਫੇਰਿਓਂ, ਆਪਣੇ ਚਾਰ ਚਫੇਰਿਓਂ ਆਪਾਂ ਨੂੰ ਆਵਾਜ਼ ਵੱਜ ਰਹੀ ਕਿ ਤਨ ਕਮਲੀਏ। Please let us feel that I'm being hit by this sound from all directions. ਤਨ ਕਮਲੀਏ, ਗਾਉਣ ਵਿੱਚ ਨਹੀਂ ਜੀ ਕਿ ਮੈਂ ਬਹੁਤ ਸੋਹਣਾ ਗਾਉਣਾ, ਇਸ ਚੀਜ਼ ਨੂੰ ਮਹਿਸੂਸ, ਮੈਨੂੰ ਚਾਰ ਚਫੇਰਿਓਂ ਆਵਾਜ਼ਾਂ ਆ ਰਹੀਆਂ, ਜਿਹਨੂੰ ਸੁਣ ਗਈ ਉਹ ਕਮਲਿਆਂ ਵਾਲੀ ਹਾਲਤ ਹੋ ਜਾਣੀ ਉਹਦੀ, ਕਮਲਿਆਂ ਵਾਲੀ। ਤਨ ਕਮਲੀਏ, ਤਨ ਕਮਲੀਏ। ਜਿੱਦਾਂ ਮਰਜੀ ਜੀ, ਜ਼ਰੂਰੀ ਨਹੀਂ ਇਕੱਠਿਆਂ ਗਾਉਣਾ, ਆਪਣੇ ਆਪ ਨੂੰ ਸੁਣਾਉਣਾ ਪਲੀਜ਼। ਬਹੁਤ ਬੀਬੇ ਪੂਰੀ ਆਪਣੇ ਆਪ ਨੂੰ ਸੁਣਾਉਣਾ ਕਿ ਮੈਂ ਕਮਲੀ। ਤਨ ਕਮਲੀਏ, ਸਾਡੇ ਮਗਰ ਨਹੀਂ ਜਾਣਾ ਜੀ। ਤਨ ਕਮਲੀਏ, ਤਨ ਕਮਲੀਏ, ਤਨ ਕਮਲੀਏ।
ਵਾਹਿਗੁਰੂ ਵਾਹਿਗੁਰੂ ਵਾਹਿ ਜੇ ਮਨ ਨੂੰ ਨਹੀਂ ਆਉਂਦੇ ਪਲੀਜ਼ ਮਨ ਨੂੰ ਨਹੀਂ ਆਉਂਦੇ ਨਾ ਵਿੱਚ ਮਨ ਨਹੀਂ ਪਿੱਛੇ ਛੱਡਦਾ ਵਾਹਿਗੁਰੂ ਮਿਹਰਬਾਨੀ ਬਹੁਤ ਬੀਬੇ ਦੇਖਣਾ ਜੀ ਹੁਣ ਤਨ ਭੇਦ ਸੁਣੇ ਜੋਗ ਜੁਗਤ ਤਨ ਭੇਦ ਜਦੋਂ ये सारा सिस्टम अंदर दा इन्ना कंपलैक्स गुंझलदार है कि इनू थोड़ा बहुता समझन लई कई वरे डॉक्टरी दा कोर्स करना पैंदा थोड़ी बहुती समझ आउंदी है कोई बहुती समझ नहीं आउंदी थोड़ा बहुता समझन लई कई वरे डॉक्टरी का कोर्स हर रोज पढ़ना ते आपां मोटा मोटा देखना सास सास सिमरो गोबिंद श्वासां दा परमात्मा दे मेल नाल बहुत गूढ़ा संबंध है क्योंकि श्वास परमात्मा चला रहे हैं ਜਦੋਂ ਆਪਾਂ ਆਖਦੇ ਹਾਂ ਕਿ ਫੇਫੜੇ ਦਿਲ ਔਰ ਗੁਰਦੇ ਕਦੀ ਆਰਾਮ ਨਹੀਂ ਕਰਦੇ ਤੇ ਫੇਫੜੇ ਜਾਂ ਸਵਾਸ ਇੱਕ ਚੀਜ਼ ਹੀ ਸਮਝ ਕੇ ਗੱਲ ਕਹੀ ਜਾਂਦੀ ਕਿਉਂਕਿ ਫੇਫੜੇ ਸਵਾਸਾਂ ਦੇ ਨਾਲ ਹੀ ਇਹਨਾਂ ਦਾ ਸੰਬੰਧ ਆਪਾਂ ਸਿੱਧੇ ਬੈਠ ਕੇ ਦੇਖਣਾ ਜੀ ਤੇ ਸਵਾਸ ਬਿਲਕੁਲ ਰਿਲੈਕਸ ਹੋਣਾ ਵਾਹਿਗੁਰੂ 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 ਜਦੋਂ ਮਹਿਸੂਸ ਕਰਦੇ ਰਹਿਣਾ ਉਹਨਾਂ ਨੂੰ ਜਦੋਂ ਮਹਾਰਾਜ ਜੀ ਸਵਾਸ ਆਪਣਾ ਅੰਦਰ ਲੈ ਕੇ ਜਾਂਦੇ ਤੇ ਬ੍ਰੌਂਕੀ ਜੋ ਇੱਕ ਨਾਲੀ ਵਿੱਚੋਂ ਦੋ ਬਣਦੀਆਂ ਫਿਰ ਉਹਨਾਂ ਵਿੱਚੋਂ ਬਹੁਤ ਹੀ ਬਰੀਕ ਬਰੀਕ ਤੇ ਛੋਟੀਆਂ ਛੋਟੀਆਂ ਨਾਲੀਆਂ ਗਾਂ ਬਣਾ ਕੇ ਤੋ ਫੇਫੜਿਆਂ ਦੇ ਵਿੱਚ ਪਰਮਾਤਮਾ ਬਾਹਰ ਵਾਲੀ ਹਵਾ ਲੈ ਕੇ ਜਾਂਦੇ जो प्राण है पर आपां दुनिया श्वास आखदी है प्राण का मतलब हुंदा है कि वो हवा जिहदे विच परमात्मा मिलिया होया वो हवा जिहदे विच परमात्मा मिलिया होया अपना जदों महाराज जी कहंदे पवन गुरु गुरु ते परमात्मा एक है ते जदों आपां श्वास लेंदे ते फिर वो जिहड़ी पवन हुंदी वो सारी दी सारी परमात्मा ही समझदे जी महाराज जी जदों बचन करदे पवन गुरु ਉਹਦਾ ਆਪਣੇ ਨਾਲ ਸੰਬੰਧ ਦੱਸਦੇ ਨਾ ਕਿ ਜਦੋਂ ਆਪਾਂ ਸਵਾਸ ਲੈਂਦੇ ਤਾਂ ਪਰਮਾਤਮਾ ਸਵਾਸ ਲੈਂਦਾ तो सारी हवा परमात्मा नाल भरी हुंदी गुरु ते परमात्मा एक है परमात्मा नाल भरी हुंदी ते कहंदे देखिए परमात्मा अपना किन्ना नेड़े सौ नेड़े तन कमलिए पवन गुरु हाँ जी फेफड़ियां दे विच लैके जांदे फिर ये जिहड़ी
ਉੱਪਰਲੇ ਹਿੱਸੇ, ਫੇਫੜੇ ਦੇ ਉੱਪਰਲੇ ਹਿੱਸੇ ਵਿੱਚ ਇਹ ਹਵਾ ਛੱਡ ਦੇ। ਉੱਥੋਂ ਫਿਰ ਬਹੁਤ ਗੁੰਝਲਦਾਰ ਤਰੀਕਾ ਹੈ। ਇਹ ਜੋ ਬਾਹਰ ਵਾਲੀ ਆਕਸੀਜਨ ਹੈ, ਇਹਨੂੰ ਫਿਰ ਅੰਦਰ ਜੋ ਨਾੜੀਆਂ ਵਿੱਚ ਖੂਨ ਵਗ ਰਿਹਾ, ਉਹਨਾਂ ਨਾੜੀਆਂ ਵਿੱਚ ਇਹਨੂੰ ਲੈ ਕੇ ਜਾਂਦੇ। ਤੇ ਜਦੋਂ ਲੈ ਕੇ ਜਾਂਦੇ ਤੇ ਬਾਹਰੋਂ ਜਿਹੜੀ ਆਕਸੀਜਨ ਆਈ ਸੀ, ਉਹਦੇ ਨਾਲ ਸਾਰਾ ਖੂਨ, ਉਹਦੇ ਨਾਲ ਸਾਰਾ ਖੂਨ ਸਾਰੇ ਸਰੀਰ ਦਾ ਖੂਨ ਦਿਲ ਭੇਜ ਰਿਹਾ ਹੈ। ਸੋ ਜਿੱਥੋਂ ਮਹਾਰਾਜ ਜੀ ਐਂਟਰ ਹੋਏ ਉਸ ਹਵਾ ਨੂੰ ਲੈ ਕੇ, ਤੇ ਦਿਲ ਨੇ ਜਿੱਥੋਂ ਇਹ ਖੂਨ ਸੁੱਟਿਆ ਫੇਫੜੇ ਦੇ ਵਿੱਚ, ਤੇ ਉਹਨੂੰ, ਉਸ ਖੂਨ ਨੂੰ ਲੈ ਕੇ ਉਹਦੇ ਵਿੱਚ ਆਕਸੀਜਨ ਮਿਲਾ ਕੇ ਸਾਰੇ ਸਰੀਰ ਦੇ ਵਿੱਚ ਇੰਨੀਆਂ ਲੰਮੀਆਂ ਨਾੜੀਆਂ ਖੂਨ ਦੀਆਂ, ਉਹ ਕੱਲੀ ਕੱਲੀ ਖੂਨ ਦੀ ਨਾੜੀ ਨੂੰ, ਨਾੜੀ ਦੇ ਵਿੱਚੋਂ ਬਾਹਰੋਂ ਆਈ ਆਕਸੀਜਨ ਦੇ ਨਾਲ ਖੂਨ ਨੂੰ ਸਾਫ਼ ਕਰਦੇ। ਤੇ ਜਦੋਂ ਸਾਰੇ ਸਰੀਰ ਵਿੱਚ ਸਵਾਸ ਲੈ ਕੇ ਜਾਂਦੇ, ਸਾਰਾ ਖੂਨ ਸਾਫ਼, ਫਿਰ ਵਾਪਸ ਲਿਆਉਂਦੇ ਉਹਨੂੰ, ਤੇ ਖੂਨ ਦੇ ਵਿੱਚ ਜੋ ਕਾਰਬਨ ਡਾਈਆਕਸਾਈਡ ਸੀ, ਉਹ ਜ਼ਹਿਰ ਵਰਗੀ ਚੀਜ਼ ਜੋ ਅਸ਼ੁੱਧ ਜਿਹਦੇ ਨਾਲ ਖੂਨ ਹੋਇਆ ਸੀ, ਉਹਨੂੰ ਬਾਹਰ ਲਿਆਉਂਦੇ। ਉਹਨੂੰ ਬਾਹਰ ਲਿਆ ਕੇ ਔਰ ਦਿਲ ਦੇ ਸੱਜੇ ਪਾਸਿਓਂ, ਦਿਲ ਦੇ ਸੱਜੇ ਪਾਸਿਓਂ ਹੇਠੋਂ ਉਹ ਜਿਹੜਾ ਗੰਦਾ ਖੂਨ ਹੈ ਨੀਲੇ ਰੰਗ ਦਾ, ਉਹਨੂੰ ਲਿਆ ਕੇ ਦਿਲ ਵਿੱਚ ਲਿਆਉਂਦੇ। ਉਹਨੂੰ ਦਿਲ ਦੇ ਸੱਜੇ ਪਾਸੇ, ਦਿਲ ਦੇ ਸੱਜੇ ਪਾਸੇ ਜਦੋਂ ਉਹ ਖੂਨ ਦਿਲ ਵਿੱਚ ਲਿਆ ਕੇ ਉਹਨੂੰ ਫਿਰ ਫੇਫੜੇ ਦੇ ਵਿੱਚ ਸੁੱਟਦੇ। ਉਹ ਗੰਦੇ ਖੂਨ ਨੂੰ ਦਿਲ ਵਿੱਚ ਸੱਜੇ ਪਾਸਿਓਂ ਦੀ ਲਿਆ ਕੇ ਉਹਨੂੰ ਫੇਫੜੇ ਦੇ ਵਿੱਚ ਸੁੱਟਦੇ। ਸੋ ਇਸ ਕਰਕੇ ਫੇਫੜਿਆਂ ਦੇ ਹੇਠਲੇ ਹਿੱਸੇ ਵਿੱਚ ਖੂਨ ਹੁੰਦਾ, ਉੱਪਰਲੇ ਹਿੱਸੇ 'ਚ ਹਵਾ ਜੋ ਬਾਹਰੋਂ ਆਪਾਂ ਸਵਾਸ ਲੈਂਦੇ, ਤੇ ਜਾਂ ਜੋ ਪਰਮਾਤਮਾ ਕਾਰਬਨ ਡਾਈਆਕਸਾਈਡ ਵਾਪਸ ਲਿਆ ਕੇ। ਹਾਂਜੀ, ਹੁਣ ਇਹ ਜਦੋਂ ਫੇਫੜੇ ਵਿੱਚ ਖੂਨ ਲਿਆਂਦਾ, ਇੱਥੋਂ ਫੇਫੜੇ ਦੇ ਉੱਪਰਲੇ ਹਿੱਸੇ ਨੇ ਕਾਰਬਨ ਡਾਈਆਕਸਾਈਡ ਸਵਾਸ ਨੇ ਬਾਹਰ ਲੈ ਜਾਣੀ, ਪਰਮਾਤਮਾ ਲੈ ਆਉਂਦੇ। ਖੂਨ ਜੋ ਫੇਫੜੇ ਦੇ ਹੇਠਲੇ ਹਿੱਸੇ ਵਿੱਚ ਆਇਆ, ਇਹਨੂੰ ਫਿਰ ਪਰਮਾਤਮਾ ਨੇ ਦਿਲ ਦੇ ਦੂਜੇ ਪਾਸੇ ਖੜ ਕੇ ਤੇ ਸਾਫ਼ ਕਰਨਾ ਹੈ। ਬਹੁਤ ਹੀ ਗੁੰਝਲਦਾਰ ਹੈ। ਆਪਾਂ ਮੋਟਾ ਮੋਟਾ ਸਮਝਣਾ, ਆਪਾਂ ਇੰਨਾ ਸਮਝਣਾ ਕਿ ਜਦੋਂ ਮਹਾਰਾਜ ਜੀ ਉਹ ਗੰਦਾ ਖੂਨ ਫੇਫੜੇ ਵਿੱਚ ਲਿਆਉਂਦੇ ਤੇ ਆਪਾਂ ਸਵਾਸ ਲੈਂਦੇ ਹਾਂ ਤੇ ਫੇਫੜੇ ਫੁੱਲਦੇ ਹਨ। ਜਦੋਂ ਜਿਉਂ-ਜਿਉਂ ਆਪਾਂ ਪਰਮਾਤਮਾ ਦੇ ਨੇੜੇ ਜਾਂਦੇ ਹਾਂ, ਤਿਉਂ-ਤਿਉਂ ਸਵਾਸ ਆਪਣਾ ਕੁਦਰਤੀ ਹੋਣਾ ਹੋ ਜਾਂਦਾ। ਪਰਮਾਤਮਾ ਸਵਾਸ ਲੈਂਦੇ, ਆਪਾਂ ਵਿੱਚ ਦਖਲ ਨਹੀਂ ਦਿੰਦੇ। ਤੇ ਉਹਨੂੰ ਇਹ ਜ਼ਰੂਰੀ ਹੈ ਇਸ ਚੀਜ਼ ਨੂੰ ਸਮਝਣਾ ਕਿ ਪਰਮਾਤਮਾ ਨੂੰ ਆਪਾਂ ਸਵਾਸ ਲੈਣ ਦੇਈਏ ਤਾਂ ਕਿ ਆਪਣਾ ਉਹਨਾਂ ਨਾਲ ਮਿਲਣਾ ਸੌਖਾ ਹੋ ਜਾਏ। ਜਦੋਂ ਆਪਾਂ ਸਵਾਸ ਲੈਂਦੇ, ਪਰਮਾਤਮਾ ਲੈਂਦੇ, ਪਰ ਆਪਾਂ ਚੌਧਰੀ ਹਾਂ ਇਸ ਕਰਕੇ ਕਹਿੰਦੇ ਹਾਂ ਕਿ ਆਪਾਂ ਸਵਾਸ ਲੈਂਦੇ। ਉਹ ਸਵਾਸ ਲੈਂਦੇ ਤੇ ਫੇਫੜੇ, ਇਸ ਚੀਜ਼ ਨੂੰ ਸਮਝਣਾ ਜੀ ਬਹੁਤ ਜ਼ਰੂਰੀ। ਫੇਫੜਿਆਂ ਦੇ ਵਿੱਚ ਹਵਾ ਆਈ,
ਹੁਣ ਫੇਫੜਿਆਂ ਨੇ ਫੁੱਲਣਾ ਹੈ, ਫੇਫੜਿਆਂ ਨੇ ਫੁੱਲਣਾ ਹੈ। 3 ਤਰੀਕੇ ਨਾਲ ਫੇਫੜੇ ਫੁੱਲਦੇ ਹਨ। ਹਾਂਜੀ। ਇੱਕ ਹੇਠਾਂ ਨੂੰ, ਇੱਕ ਉੱਪਰ ਨੂੰ, ਤੇ ਇੱਕ ਸਿਲੰਡਰ ਲਾਇਕ। ਇਹਨਾਂ ਚੀਜ਼ਾਂ ਨੂੰ ਆਪਾਂ ਸਮਝਣਾ ਬੇਹੱਦ ਜ਼ਰੂਰੀ, ਆਪਣੀ ਸਿਹਤ ਵਾਸਤੇ ਵੀ ਤੇ ਜਦੋਂ ਸਵਾਸ ਲੈਂਦੇ, ਔਰ ਆਪਾਂ ਦੇਖਿਆ ਕਿ ਪਰਮਾਤਮਾ ਨੇ ਪੇਟ ਤੇ ਛਾਤੀ ਨੂੰ ਅਲੱਗ ਅਲੱਗ ਕੀਤਾ ਹੋਇਆ। ਫੇਫੜਿਆਂ ਤੇ ਦਿਲ, ਦੋਵੇਂ ਪਾਸੇ ਫੇਫੜੇ, ਵਿਚਕਾਰ ਦਿਲ, ਇਹਨਾਂ ਦੇ ਨਾਲ ਥੱਲੇ ਡਾਇਆਫਰਾਮ। ਉਹ ਬਹੁਤ ਹੀ ਇਲਾਸਟਿਕ ਵਾਂਗੂ ਹੈ, ਪੱਠੇ। ਜਦੋਂ ਠੀਕ ਸਵਾਸ, ਜਦੋਂ ਪਰਮਾਤਮਾ ਸਵਾਸ ਲੈਂਦੇ ਤੇ ਆਪਾਂ ਵਿੱਚ ਦਖਲ ਨਹੀਂ ਦਿੰਦੇ। ਆਪਾਂ ਦਖਲ ਦਿੰਦੇ ਹਾਂ, ਕਿਉਂਕਿ ਜਦੋਂ ਵੀ ਆਪਾਂ ਨੂੰ ਕੋਈ ਖਿਆਲ ਆਉਂਦਾ ਹੈ, ਚਿੰਤਾ ਦਾ, ਫਿਕਰ ਦਾ, ਜਾਂ ਕੋਈ ਇਮੋਸ਼ਨ, ਤੇ ਆਪਣਾ ਅੰਦਰ ਇਕੱਠਾ ਜਿਹਾ ਹੋ ਜਾਂਦਾ। ਉਹ ਖਿਆਲ ਆਪਣੇ ਅੰਦਰ ਨੂੰ ਇਕੱਠਾ ਜਿਹਾ ਕਰ ਦਿੰਦਾ, ਤੇ ਇਸ ਕਰਕੇ ਪਰਮਾਤਮਾ ਠੀਕ ਸਵਾਸ ਲੈ ਨਹੀਂ ਸਕਦੇ। ਮਹਿਸੂਸ ਕਰਨਾ ਜੀ, ਫੇਫੜੇ ਫੁੱਲਦੇ। 3 ਤਰੀਕੇ, 3 ਪਾਸੇ ਫੇਫੜੇ ਜਾ ਸਕਦੇ ਹਨ ਜਦੋਂ ਇਹਨਾਂ ਦੇ ਵਿੱਚ ਸਵਾਸ ਜਾਂਦਾ। ਉਹਨਾਂ ਵਿੱਚੋਂ 2 ਤਰੀਕੇ ਗਲਤ ਹਨ, ਇੱਕ ਠੀਕ ਹੈ। ਤੇ ਆਪਾਂ ਤਕਰੀਬਨ ਜਦੋਂ 13-14 ਸਾਲ ਤੋਂ ਬਾਅਦ ਬੰਦਾ ਗਲਤ ਤਰੀਕੇ ਨਾਲ ਸਵਾਸ ਲੈਂਦਾ ਹੈ, ਉਹਨੂੰ ਸਮਝਣਾ ਜੀ। ਸਵਾਸ ਲੈਂਦੇ ਹਾਂ ਤੇ ਠੀਕ ਤਰੀਕਾ ਹੈ ਕਿ ਜੋ ਫੇਫੜੇ ਹਨ ਉਹ ਹੇਠਾਂ ਨੂੰ, ਜਦੋਂ ਫੁੱਲਦੇ ਤਾਂ ਹੇਠਾਂ ਨੂੰ ਫੁੱਲਣ। ਹੇਠਾਂ ਨੂੰ ਜਦੋਂ ਫੁੱਲਦੇ ਤੇ ਜੋ ਡਾਇਆਫਰਾਮ, ਇਹਨਾਂ ਦੇ ਥੱਲੇ ਜੋ ਉਹ ਮਸਲਸ ਦੀਆਂ ਤਹਿਆਂ ਹਨ, ਉਹ ਗੁੰਬਜ ਦੀ ਸ਼ਕਲ, ਜਿਸ ਤਰ੍ਹਾਂ ਗੁੰਬਜ ਦਾ ਤਿੱਖਾ ਹਿੱਸਾ ਥੱਲੇ ਤੇ ਗੁੰਬਜ, ਵੱਡਾ ਗੁੰਬਜ ਉੱਪਰ। ਸੋ ਫੇਫੜੇ ਠਾਹ ਨੂੰ ਜਾਂਦੇ ਹਨ, ਠਾਹ ਨੂੰ ਜਾਂਦੇ ਤੇ ਠਾਹ ਨੂੰ ਜਾ ਕੇ ਫਿਰ ਜੋ ਉਹ ਡਾਇਆਫਰਾਮ, ਉਹਨੂੰ ਥੱਲੇ ਨੂੰ ਪੁਸ਼ ਕਰਦੇ, ਥੱਲੇ ਨੂੰ ਧੱਕਦੇ, ਤੋ ਡਾਇਆਫਰਾਮ ਫਿਰ ਇੱਕ ਗੁੰਬਜ ਦੀ ਸ਼ਕਲ ਧਾਰਨ ਕਰਦਾ, ਉੱਪਰੋਂ ਚੌੜਾ, ਹੇਠੋਂ ਤਿਕੋਣਾ ਜਿਹਾ ਗੁੰਬਜ ਵਰਗਾ। ਇਹ ਹੈ ਠੀਕ ਤਰੀਕਾ। ਇਹਦੇ ਨਾਲ ਕੀ ਹੁੰਦਾ ਹੈ ਕਿ ਉਹ ਗੁੰਬਜ ਵਾਂਗੂ ਹੇਠਾਂ ਨੂੰ ਡਾਇਆਫਰਾਮ ਜਾਂਦਾ। ਇੱਕ ਤੇ ਆਪਣੇ ਪੇਟ ਦੇ ਜੋ ਮਸਲਸ ਹਨ, ਪੇਟ ਦੇ ਵਿੱਚ ਜੋ ਅੰਗ ਹਨ, ਉਹਨਾਂ ਸਾਰਿਆਂ ਦੀ ਮਾਲਿਸ਼ ਹੁੰਦੀ ਹੈ। ਗਜ਼ਬ ਦਾ ਪ੍ਰਬੰਧ ਹੈ, ਗਜ਼ਬ ਦਾ। ਤੇ ਇਹ ਠੀਕ ਤਰੀਕਾ ਹੈ। ਇਹਦੇ ਨਾਲ ਜਦੋਂ ਉਹ ਇੱਕ ਚੀਜ਼ ਹੋਰ ਸਮਝਣੀ, ਡਾਇਆਫਰਾਮ ਜਦੋਂ ਥੱਲੇ ਨੂੰ ਜਾਂਦਾ ਤੇ ਪੈਰਾਸ਼ੂਟ ਦੀ ਸ਼ਕਲ ਧਾਰਨ ਕਰਦਾ, ਉਹ ਉਹਦਾ ਕੁਦਰਤੀ ਤਰੀਕਾ ਹੈ। ਜਦੋਂ ਇਹ ਗੁੰਬਜ ਵਾਂਗੂ ਬਣ ਜਾਂਦਾ ਹੈ ਤੇ ਬਿਲਕੁਲ ਰਿਲੈਕਸ ਹੁੰਦਾ, ਟਾਈਟ ਨਹੀਂ ਹੁੰਦਾ, ਬਹੁਤ ਸੌਫਟ, ਬਹੁਤ ਨਰਮ। ਇਹ ਜਦੋਂ ਇਹ ਰਿਲੈਕਸ ਹੁੰਦਾ, ਤੇ ਜੇ ਆਪਾਂ ਠੀਕ ਤਰੀਕੇ ਨਾਲ ਸਵਾਸ ਨਾ ਲਈਏ, ਜਿਹੜੇ ਫੇਫੜੇ ਹਨ ਉਹ ਹੇਠਾਂ ਨੂੰ ਨਾ ਪੁਸ਼ ਕਰਨ, ਤੇ ਡਾਇਆਫਰਾਮ ਜਿਹੜਾ ਇਹ ਪੇਟ ਦੀ ਕੰਧ ਹੈ, ਇਹ ਕੰਧ ਬਹੁਤ ਸਖਤ ਹੋ ਜਾਂਦੀ।
ਇਹ ਕੰਧ ਬਹੁਤ। ਇੱਕ ਹੋਰ ਚੀਜ਼ ਦੇਖਣਾ ਜੀ, ਜਦੋਂ ਜੇ ਆਪਾਂ ਠੀਕ ਸਵਾਸ ਲੈਂਦੇ ਤੇ ਜਦੋਂ ਫੇਫੜੇ ਆਪਣੇ ਡਾਇਆਫਰਾਮ ਨੂੰ ਹੇਠਾਂ ਨੂੰ ਤੱਕਣਗੇ ਤੇ ਆਪਣੀ ਛਾਤੀ ਦੇਖਣਾ ਜੀ ਕਿ ਥੋੜ੍ਹੀ ਜਿਹੀ ਅੰਦਰ ਨੂੰ ਜਾਂਦੀ ਹੈ ਜਾਂ ਬਾਹਰ ਨੂੰ ਆਉਂਦੀ, ਇਹ ਦੇਖਣਾ ਜੀ ਪਲੀਜ਼। Let us feel that when we breathe in, ਹੁਣ ਆਪਾਂ ਪਹਿਲਾਂ ਆਪ ਬਰੀਦ ਕਰੀਏ ਜੀ ਸਮਝਣ ਵਾਸਤੇ, ਮਹਾਰਾਜ ਜੀ ਹੋਰਾਂ ਕੋਲੋਂ ਆਗਿਆ ਲੈ ਕੇ। ਆਪ ਸਾਹ ਲੈਣਾ ਤੇ ਦੋਵੇਂ ਫੇਫੜਿਆਂ ਨੂੰ ਫੁੱਲਦੇ ਦੇਖਣਾ, ਔਰ ਫਿਰ ਨਾਲ ਹੇਠਾਂ ਡਾਇਆਫਰਾਮ ਹੇਠਾਂ ਨੂੰ ਪੁਸ਼ ਹੁੰਦਾ ਮਹਿਸੂਸ ਕਰਨਾ। ਤੇ ਦੇਖਣਾ ਕਿ ਜਦੋਂ ਡਾਇਆਫਰਾਮ ਹੇਠਾਂ ਨੂੰ ਪੁਸ਼ ਹੁੰਦਾ, ਕਿ ਆਪਣੀ ਛਾਤੀ ਥੋੜ੍ਹੀ ਜਿਹੀ ਬਾਹਰ ਨੂੰ ਆਉਂਦੀ ਜਾਂ ਥੋੜ੍ਹੀ ਜਿਹੀ ਸੁੰਗੜਦੀ ਹੈ। ਜੇ ਆਪਾਂ ਇਹ ਦੇਖ ਲਿਆ ਤੇ ਆਪਾਂ ਸਮਝ ਲਈ ਕਹਾਣੀ। Let us please breathe in and feel both of the lungs inflating, inflated, and then as the lungs are inflating, they are expanding downward. They are expanding downward, pushing the diaphragm downward. The diaphragm takes the shape of a globe or a parachute. And the diaphragm, when it is expanded, that is its natural state. It is relaxed at that time. And see that when the diaphragm is pushed downward, does our chest comes up a bit or contracts a bit? बहुत ध्यान नाल देखना। ਜਦੋਂ ਆਪਾਂ ਵਾਹੇ ਕਹਾਂਗੇ ਤੇ ਫੇਫੜਿਆਂ ਨੇ ਭਰ ਕੇ ਤੇ ਹੇਠਾਂ ਨੂੰ ਡਾਇਆਫਰਾਮ ਨੂੰ ਥੱਲੇ ਨੂੰ ਧੱਕਣਾ। ਦੇਖਣ ਜੀ, ਜਦੋਂ ਆਪਾਂ ਵਾਹੇ ਕਹਿੰਦੇ ਫੇਫੜਿਆਂ ਨੇ ਡਾਇਆਫਰਾਮ ਨੂੰ ਹੇਠਾਂ ਨੂੰ ਧੱਕਣਾ, ਤੇ ਛਾਤੀ ਥੋੜ੍ਹੀ ਜਿਹੀ ਉੱਪਰ ਨੂੰ ਆਉਂਦੀ ਕਿ ਅੰਦਰ ਨੂੰ ਜਾਂਦੀ ਜੀ? ਧਿਆਨ ਨਾਲ ਪਲੀਜ਼ ਦੇਖਣਾ। ਜਦੋਂ ਡਾਇਆਫਰਾਮ ਹੇਠਾਂ ਨੂੰ ਧੱਕਿਆ ਜਾਂਦਾ ਜੀ ਤੇ ਆਪਣੀ ਛਾਤੀ ਥੋੜ੍ਹੀ ਜਿਹੀ ਉੱਪਰ ਨੂੰ ਉੱਠਦੀ, ਥੋੜ੍ਹੀ ਜਿਹੀ।
ਤੇ ਜਦੋਂ ਫਿਰ ਮਹਾਰਾਜ ਸਵਾਸ ਬਾਹਰ ਆਉਂਦਾ, ਡਾਇਫਰਾਮ ਇਕੱਠਾ ਹੋ ਕੇ ਉਹ ਚਾਦਰ ਵਾਂਗੂ ਇੱਕ ਦੀਵਾਰ ਬਣ ਜਾਂਦਾ ਤੇ ਛਾਤੀ ਆਪਣੀ ਥੋੜੀ ਜਿਹੀ ਸੁੰਗੜਦੀ ਤੇ ਸਵਾਸ ਬਾਹਰ ਆਉਂਦਾ। ਇਹ ਬਹੁਤ ਜ਼ਰੂਰੀ ਜੀ। ਗਲਤ ਸਵਾਸ ਲੈਣ ਨਾਲ ਤਕਰੀਬਨ ਸਾਰੀਆਂ ਬਿਮਾਰੀਆਂ ਗਲਤ ਸਵਾਸ ਲੈਣ ਨਾਲ, ਕੈਂਸਰ ਹਰ ਇੱਕ ਕਿਸਮ ਦੀ ਗਲਤ ਸਵਾਸ, ਦਿਲ ਦੀਆਂ ਬਿਮਾਰੀਆਂ ਗਲਤ ਸਵਾਸ, ਟੈਂਸ਼ਨ, ਫਿਕਰ, ਚਿੰਤਾ, ਇਹਨੂੰ ਦੇਖਣਾ ਜੀ। ਜਦੋਂ ਆਪਾਂ ਠੀਕ ਸਵਾਸ ਲੈਂਦੇ ਹਾਂ ਜੀ, ਡਾਇਫਰਾਮ ਹੇਠਾਂ ਨੂੰ ਪੁਸ਼ ਹੁੰਦਾ ਤੇ ਛਾਤੀ ਥੋੜੀ ਜਿਹੀ ਗਾਂਹ ਨੂੰ ਆਉਂਦੀ। ਜਦੋਂ ਛਾਤੀ ਥੋੜੀ ਜਿਹੀ ਗਾਂਹ ਨੂੰ ਆਉਂਦੀ, ਉਸ ਵੇਲੇ ਪੇਟ ਨੂੰ ਅੰਦਰ ਹੋਰ ਜਗ੍ਹਾ ਮਿਲਦੀ ਤੇ ਪੇਟ ਥੋੜਾ ਜਿਹਾ ਉੱਪਰ ਨੂੰ ਉੱਠਦਾ ਤੇ ਪਰਮਾਤਮਾ ਇਸ ਤਰ੍ਹਾਂ ਕਰਕੇ ਪੇਟ ਦੀ ਵਰਜਿਸ਼ ਕਰਦੇ, ਕਿਉਂਕਿ ਉਹਨਾਂ ਅੰਗਾਂ ਨੂੰ ਵਰਜਿਸ਼ ਹੋਣੀ ਜ਼ਰੂਰੀ ਹੈ। ਕੁਦਰਤੀ ਪਰਮਾਤਮਾ ਕਰਦੇ ਹਨ। ਜਦੋਂ ਆਪਣੀ ਛਾਤੀ ਥੋੜੀ ਜਿਹੀ ਉੱਪਰ ਨੂੰ ਉੱਠਦੀ ਤੇ ਕੀ ਹੁੰਦਾ ਕਿ ਪੇਟ ਲਈ ਅੰਦਰ ਜਗ੍ਹਾ ਬਣਦੀ, ਪੇਟ ਹੋਰ ਰਿਲੈਕਸ ਹੁੰਦਾ। ਨਹੀਂ ਤਾਂ ਟਾਈਟ ਪੇਟ ਵਿੱਚ ਹੀ ਉਹ ਕੈਂਸਰ ਸਭ ਕੁਛ ਹੁੰਦਾ ਹੈ। ਆਪਾਂ ਦੇਖਣਾ ਜੀ, ਸਵਾਸ ਥੋੜਾ ਲੰਮੇ ਲੈਣੇ ਤੇ ਡਾਇਫਰਾਮ ਨੂੰ ਹੇਠਾਂ ਨੂੰ ਪੁਸ਼ ਕਰਨਾ ਤੇ ਫਿਰ ਵਾਹੇ ਕਹਿਣਾ ਨਾਲ ਬਾਹਰ ਲਿਆਉਣ ਲੱਗੇ ਹਾਂ ਡਾਇਫਰਾਮ ਨੂੰ ਥੋੜਾ ਜਿਹਾ। ਫਿਰ ਮਹਿਸੂਸ ਕਰਨਾ ਕਿ ਡਾਇਫਰਾਮ ਉੱਪਰ ਨੂੰ ਆ ਰਿਹਾ, ਇਕੱਠਾ ਹੋ ਰਿਹਾ। ਜਿਸ ਤਰ੍ਹਾਂ ਹੁੰਦਾ ਨਾ ਜੀ ਹਾਰਮੋਨੀਅਮ ਦਾ ਉਹ ਪੱਖਾ ਜਿਹਨੂੰ ਕਹਿੰਦੇ, ਹਾਰਮੋਨੀਅਮ ਦੇ ਪੱਖੇ ਵਾਂਗੂ ਇੱਕ ਡਾਇਫਰਾਮ ਖੁੱਲ੍ਹਦਾ ਤੇ ਉਹਦੇ ਵਾਂਗੂ ਇਕੱਠਾ ਹੁੰਦਾ। ਧਿਆਨ ਨਾਲ ਦੇਖਣਾ ਜੀ। ਸਿਮਰਨ ਵਾਸਤੇ ਵੀ ਇਹ ਬਹੁਤ ਜ਼ਰੂਰੀ। ਜੇ ਸਵਾਸ ਠੀਕ ਨਹੀਂ ਆ ਰਿਹਾ ਤੇ ਆਪਾਂ ਠੀਕ ਸਿਮਰਨ ਕਰ ਹੀ ਨਹੀਂ ਸਕਦੇ। ਠੀਕ ਸਿਮਰਨ ਹੋ ਨਹੀਂ ਸਕਦਾ ਜੇ ਸਵਾਸ ਠੀਕ ਨਹੀਂ ਆ। ਧਿਆਨ ਨਾਲ ਜੀ। ਲੰਮਾ ਸਾਹ ਡਾਇਫਰਾਮ ਨੂੰ, ਠਾਹ ਨੂੰ ਪੁਸ਼ ਕਰਨਾ ਪਿਆਰਾ ਨਾ। ਉਹ ਸਖਤ ਜਿਹਾ ਜ਼ੋਰ ਨਹੀਂ ਲਾਉਣਾ ਜੀ। ਬਹੁਤ ਕੋਮਲ ਚੀਜ਼ਾਂ ਹਨ ਅੰਦਰ, ਕੋਮਲ ਚੀਜ਼ਾਂ ਹਨ। ਸਖਤੀ ਨਾਲ ਨਹੀਂ, ਪਿਆਰਾ ਨਾਲ।
ਜੇ ਆਪਾਂ ਪੂਰਾ ਫੋਕਸ ਕੀਤਾ ਹੋਇਆ ਜੀ, ਤੇ ਆਪਾਂ ਦੇਖ ਸਕਦੇ ਹਾਂ ਕਿ ਇਸ ਏਰੀਏ ਛਾਤੀ ਦੇ ਵਿੱਚ ਜਿਹੜਾ ਆਪਾਂ ਪਰਮਾਤਮਾ ਨੂੰ ਪਹਿਲਾਂ ਬਾਹਰ ਇਸ ਤਰ੍ਹਾਂ ਸਰਕਲ ਵਿੱਚ ਮਹਿਸੂਸ ਕਰਦੇ ਸਾਂ, ਉਹ ਦਿਲ ਤੇ ਫੇਫੜਿਆਂ ਨੂੰ ਦਿਲ ਤੇ ਫੇਫੜਿਆਂ ਦੇ ਵਿੱਚ ਉਸ ਤਰ੍ਹਾਂ ਚੱਲਦੇ ਦਿਸਣਗੇ। ਉਹ ਇਸ ਤਰ੍ਹਾਂ ਕਰਕੇ ਆਪਣੇ ਦਿਲ ਤੇ ਫੇਫੜਿਆਂ ਨੂੰ ਠੀਕ ਕਰਦੇ। If we are fully focused, then we should feel God's presence moving in an anti-circular direction inside the lungs and heart, inside. ਦਿਲ ਨੂੰ ਛੂਇਆ ਬਾਈ ਨੇ ਅੱਜ ਦਿਲ ਨੂੰ। ਮਹਿਸੂਸ ਕਰ ਸਕਦੇ ਜੀ ਕੋਈ? ਬਹੁਤ ਬਰੀਕੀ ਨਾਲ ਮਹਿਸੂਸ ਹੋਣਾ। ਉੱਥੋਂ ਮਹਾਰਾਜ ਦੀ ਪਛਾਣ ਨੂੰ ਆਪਾਂ ਨੂੰ ਲੈ ਕੇ ਜਾਣਗੇ। ਤੇ ਜਿਉਂ-ਜਿਉਂ ਜ਼ਿਆਦਾ ਮਹਿਸੂਸ ਹੋਣਗੇ, ਤਿਉਂ-ਤਿਉਂ ਆਪਣੀ ਛਾਤੀ ਅੰਦਰ ਨੂੰ ਸੁੰਗੜੂਗੀ। ਅਜਮਾਈਏ ਨੇ ਦਿਲ ਛੂਇਆ ਮੈਂ ਸੰਗੜੀ। ਇਹਦੀ ਪ੍ਰੈਕਟਿਸ ਕਰਨਾ ਜੀ, ਬਹੁਤ ਜ਼ਬਰਦਸਤ, ਬਹੁਤ ਹੀ ਜ਼ਬਰਦਸਤ। ਇਹ ਇਸ਼ਕ ਦੇ ਥੋੜ੍ਹੇ ਜਿਹੇ ਦਰਸ਼ਨ, ਇਸ਼ਕ ਦੇ। ਇਸ਼ਕ ਆਪਣੇ ਅੰਦਰ ਮਹਿਸੂਸ ਕਰਨਾ ਜੀ ਕਿ ਆਪਣਾ ਅੰਦਰ ਪਿਆਰਾਂ ਨਾਲ ਭਰਿਆ। ਕਿਸ ਤਰ੍ਹਾਂ ਦੀ ਹਾਲਤ ਹੈ ਛਾਤੀ ਦੀ? ਪਿਆਰਾਂ ਨਾਲ ਭਰਿਆ। ਪਿਆਰ ਦਿਸਦਾ ਕਿ ਕੁਛ ਵੀ ਨਹੀਂ ਦਿਸਦਾ, ਕਿ ਗਿਲੇ ਦਿਸਦੇ, ਗੁੱਸੇ ਗਿਲੇ, ਕਿਉਂ ਜੀ ਸੁੱਤੇ ਜਾਏ? ਕੀ ਦੇਖਣਾ ਜੀ ਧਿਆਨ ਨਾਲ। ਇਹ ਆਪਣੀ ਉਸ ਸੁਰਤੀ ਦੀ ਹਾਲਤ ਹੈ ਜਿਹੜੀ ਅਸਲ ਵਿੱਚ ਇਸ਼ਕ ਹੈ। ਇਸ਼ਕ। ਭਾਂਡਾ ਪਾਓ ਅੰਮ੍ਰਿਤ ਦੇ ਟਟਾਲ, ਉਹ ਥੱਲਿਓਂ ਲਿਆਂਦੀ ਸੀ ਸੁਰਤੀ ਇਸ਼ਕ ਦੇ ਘਰ ਵਿੱਚ। ਇਸ਼ਕ ਦੇ ਘਰ ਵਿੱਚ ਉਹਨੂੰ ਇਸ਼ਕ ਸਿਖਾਉਣਾ ਸੀ, ਉਹਨੂੰ ਇਸ਼ਕ ਨਾਲ ਭਰਨਾ ਸੀ। When Maharaj brings our purified consciousness from the blind well to the heart area, he says this is the house of love. Panda pao, ਪਿਆਰਾਂ ਦਾ ਭਾਂਡਾ, ਅੰਮ੍ਰਿਤ। ਇਹ ਪਿਆਰਾਂ ਦਾ ਭਾਂਡਾ, ਇਸ਼ਕ ਅੰਮ੍ਰਿਤ। ਅੰਮ੍ਰਿਤ ਦੇ ਟਟਾਲ,
टाल, वो टली हुई सुरती, पिघली हुई सुरती, प्यारा नाल पिघली हुई. How beautifully said. Maharaji says that your consciousness melted with love, that through meditation our consciousness becomes so humble, so loving. It just melts. It just melts and ego is removed, and that melted consciousness is put into the heart area. Jat pahara tiraj sunyar, ahran mat ved hathyar, paukhala agan taptao, panda panda pao amrit dittal. Panda टाल, वो टली हुई, जिस तरह सोना टलदा, सोने विचों सख्त चीज़ां निकल जाती, कढ लईए. कहंदे सुरती दे विच सख्त चीज़ जिहड़ी सी हौमे सी वो निकल जाती ते अंतां दी पिघली हुई चीज़ प्यार ही प्यार. पांडा पाओ अमृत तित डाले. भरना जी इस एरिया नूं इश्क नाल. सो नेड़े तन कमल आपनड़ा कर, हर रंगो की न मान. तेरे घर इश्क वो जो वसदा इत्थे, इश्क वसदा. मैं पुछदी पुछदी आई, कर इश्क दा सुनीदा. महसूस करना जी अपने अंदर बहुत निर्मल होए हुए, निर्मल. किसी प्रति कोई गिला शिकवा गुस्सा नहीं, निर्मल. वो जिन्ना प्रति गुस्सा गिला सी उन्ना तो भी मुआफी मंगन वाला अंदर. जिथे अपना कसूर भी नहीं सी उन्ना कोलों भी मुआफी मंगन वाला अंदर. हाउ ब्यूटीफुल. हर रंगो इश्क किहो जिहा हुंदा. आखें तां मैं बात पावां, अज एक सज्जणा वे, ते उस बात दा नां रखी तू. महसूस करना जी अपने हिरदे नूं पिघलिया होया, पिघलिया होया. चले जाए होए अज
ਦੋਵੇਂ ਹੱਥ ਸਾਡੜੇ ਵੇ, ਚੱਲੇ ਜੇ ਹੋਏ ਅੱਜ, ਦੋਵੇਂ ਹੱਥ ਸਾਡੜੇ ਵੇ, ਚੱਲੇ ਜੇ ਹੋਏ ਅੱਜ, ਦੋਵੇਂ ਹੱਥ ਸਾਡੜੇ ਵੇ, ਚੱਲੇ ਚੱਲੇ ਜੇ ਹੋਏ ਅੱਜ, ਚੱਲੇ ਜੇ ਹੋਏ ਅੱਜ, ਦੋਵੇਂ ਹੱਥ ਸਾਡੜੇ ਵੇ, ਚੱਲੇ ਜੇ ਹੋਏ, ਕਿਵੇਂ ਚੌਨ ਸਪਰਸ਼ ਤੇਰਾ, ਸਪਰਸ਼ ਆਖਣਾ, ਪਰਸਨ ਦਾ ਮਤਲਬ ਹੁੰਦਾ ਛੂਹਣਾ, ਸਪਰਸ਼ ਦਾ ਮਤਲਬ ਕਿਸ ਪਵਿੱਤਰ ਛੂ, ਪਵਿੱਤਰ ਛੂ, ਕਿ ਮੇਰੇ ਦੋਵੇਂ ਹੱਥ ਤੜਫ ਰਹੇ ਹਨ ਕਿ ਕਿਸ ਤਰ੍ਹਾਂ ਤੂੰ ਜੋ ਹਾਜ਼ਰ ਦਿਸਦਾ ਹੈ ਉੱਥੇ ਤੈਨੂੰ ਛੂ ਸਕਾਂ। Both my hands are becoming insane out of their innermost desire to go inside and feel the holy touch of you, but they cannot go inside. ਮੇਰੇ ਹੱਥ ਚਾਹੁੰਦੇ ਹਨ ਅੰਦਰ ਜਾ ਕੇ ਉਹਨੂੰ ਛੂਹਣ, ਇਸ਼ਕ ਨੂੰ ਛੂਹਣ, ਪਰ ਇਹ ਵਿਚਾਰੇ ਜਾ ਨਹੀਂ ਸਕਦੇ। ਇਹ ਖਿਆਲ ਆਪਾਂ ਆਪਣੇ ਸਮਝਣੇ, ਕਿਸੇ ਨੂੰ ਵੀ ਆਵੇ ਖਿਆਲ ਤੋ ਆਪਣਾ ਇਹਨੂੰ ਮਹਾਰਾਜ ਜੀ ਕਹਿੰਦੇ ਗੁਰਬਾਣੀ ਨੂੰ ਆਪਣਾ ਬਣਾਓ। ਇਹ ਗੁਰਬਾਣੀ ਤਾਂ ਨਹੀਂ ਹੈ ਨਾ, ਮਤਲਬ ਇਹ ਕਿ ਜਦੋਂ ਆਪਾਂ ਨੂੰ ਇਹ ਖਿਆਲ ਆਪਣਾ ਲੱਗਣ ਲੱਗਾ ਤੇ ਉਹ ਚੀਜ਼ ਮਹਿਸੂਸ ਹੋਊਗੀ। ਫਿਰ ਮਹਿਸੂਸ ਦਿਲੋਂ, ਪਲੀਜ਼ ਦਿਲੋਂ। ਚੱਲੇ ਜੇ ਹੋਏ ਅੱਜ, ਦੋਵੇਂ ਹੱਥ ਸਾਡੜੇ ਵੇ, ਕਿਵੇਂ ਚੌਨ ਸਪਰਸ਼ ਤੇਰਾ, ਸੁਰਤੀ ਵੀ ਜੇ ਚੱਲੀ ਨਹੀਂ ਹੋਈ ਤੇ ਫਿਰ ਆਪਾਂ ਝੂਠ ਬੋਲ ਰਹੇ ਹਾਂ। ਹਾਂ, ਚੱਲੇ ਹੋ ਜਾਣਾ ਜੀ। ਚੱਲੇ ਜੇ ਹੋਏ ਅੱਜ, ਦੋਵੇਂ ਹੱਥ ਸਾਡੜੇ ਵੇ, ਕਿਵੇਂ, ਕਿਵੇਂ ਦਾ ਮਤਲਬ ਬਹੁਤ ਜ਼ਿਆਦਾ, ਕਿਵੇਂ ਚੌਨ ਸਪਰਸ਼ ਤੇਰਾ, ਚੱਲੇ ਜੇ ਹੋਏ ਅੱਜ, ਦੋਵੇਂ ਹੱਥ ਸਾਡੜੇ ਵੇ, ਕਿਵੇਂ ਚੌਨ ਸਪਰਸ਼ ਤੇਰਾ, ਦੋਵੇਂ ਹੱਥ
चले जे ਮਸਤ ਜਿਹੀਆਂ ਹੋਈਆਂ ਨੇ ਅੱਖਾਂ ਨੂੰ ਮਹਿਸੂਸ ਕਰਨਾ ਜੀ ਬਿਲਕੁਲ ਮਸਤ ਹੋਣਗੀਆਂ feel the eyes please fully relaxed peaceful intoxicated ਮਸਤ ਜਿਹੀਆਂ ਹੋਈਆਂ ਨੇ ਦੋਵੇਂ ਅੱਖਾਂ ਸਾਡੀਆਂ ਵੇ ਦੂਰੋਂ ਵੇਖ ਇਸ਼ਕ ਤੇਰਾ ਅੱਖਾਂ ਦੂਰ ਹਨ ਹਿਰਦੇ ਤੋਂ ਉੱਥੋਂ ਆਪਾਂ ਬੰਦ ਅੱਖਾਂ ਨਾਲ ਜਦੋਂ ਧਿਆਨ ਲਾਉਂਦੇ ਹਾਂ ਤੇ ਅੱਖਾਂ ਦੇਖਦੀਆਂ ਕਿ ਉਹ ਪਿਆਰਾਂ ਵਿੱਚ ਉਹ ਮੇਰੇ ਨਾਲ ਇਸ਼ਕ ਕਰਦਾ ਤੇ ਕਿਸ ਤਰ੍ਹਾਂ ਮੇਰਾ ਸਾਰਾ ਅੰਦਰ ਦਾ ਸਿਸਟਮ ਬਣਾਇਆ ਹੋਇਆ ਮੈਨੂੰ ਜੀਂਦੇ ਰੱਖਣ ਨੂੰ ਸਿਹਤ ਤੰਦਰੁਸਤ ਰੱਖਣ ਨੂੰ ਤੇ ਕਿਸ ਤਰ੍ਹਾਂ 24 ਘੰਟੇ ਉਹ ਕਰਦੇ ਕਿਉਂਕਿ ਮੈਨੂੰ ਇਸ਼ਕ ਕਰਦੇ ਮੈਨੂੰ ਇਸ਼ਕ ਕਰਦੇ My eyes, both of my eyes, I feel are totally intoxicated. When they view your ishq from afar, ਦੂਰੋਂ ਦੇਖਦੀਆਂ ਅੱਖਾਂ ਦੂਰ ਹਨ ਕਿਤੇ ਹਿਰਦਾ ਦੂਰ ਹੈ ਪਰ ਐਡੀ ਦੂਰੋਂ ਦੇਖ ਕੇ ਹੀ ਇਸ਼ਕ ਨੂੰ ਦੇਖ ਕੇ ਹੀ ਮਸਤ ਹੋ ਗਈਆਂ ਜੇ ਕਿਤੇ ਉਹ ਇਸ਼ਕ ਇਹਨਾਂ ਨੂੰ ਛੂਹ ਜਾਵੇ ਕਿ ਜੋ ਫੇਫੜਿਆਂ ਦਾ ਹਾਂਜੀ ਦਿਲ ਕੀ ਕੁਛ ਆਪਾਂ ਕਿਸ ਤਰ੍ਹਾਂ ਸਰੀਰ ਦੇ ਵਿੱਚ ਅਣਗਿਣਤ ਸੈੱਲ ਹਰ ਇੱਕ ਸੈੱਲ ਦੇ ਵਿੱਚ ਪਰਮਾਤਮਾ ਵਸਦਾ ਤੇ ਹਰ ਇੱਕ ਸੈੱਲ ਨੂੰ ਖੂਨ ਪਹੁੰਚਾਉਣਾ ਆਕਸੀਜਨ ਪਹੁੰਚਾਉਣੀ ਮਸਤ ਜਿਹੀਆਂ ਹੋਈਆਂ ਨੇ ਸੱਚੀ ਮੁੱਚੀ ਆਪਾਂ ਮਸਤ ਹੋਣਾ ਜੀ ਪਲੀਜ਼ ਤੁਸੀਂ ਦੇਖਿਓ ਕਿੰਨਾ ਆਨੰਦ ਆਉਂਦਾ ਹੋ ਲੈਂਦੇ ਆਪਾਂ ਆਨੰਦ ਮਸਤ ਆਪਾਂ ਆਪਣੇ ਆਪ ਨੂੰ ਹੋਣ ਨਹੀਂ ਦਿੰਦੇ ਉਹ ਕਰਦਾ ਹੈ ਮਸਤ ਜੀ ਪੂਰੇ ਰਿਲੈਕਸ ਹੋਣਾ ਜੀ ਦੇਖਣਾ ਕਿ ਆਪਣਾ ਸਰੀਰ ਬਿਲਕੁਲ ਨਿਰਜਿੰਦ ਜਿਹਾ ਹੋ ਜਾਵੇ ਮਿਹਰਬਾਨੀ ਮਸਤ ਜਿਹੀਆਂ ਹੋਈਆਂ ਨੇ ਦੋਵੇਂ ਅੱਖਾਂ ਸਾਡੀਆਂ ਵੇ ਦੂਰੋਂ ਵੇਖ ਇਸ਼ਕ ਤੇਰਾ ਮਸਤ ਜਿਹੀਆਂ ਹੋਈਆਂ ਨੇ ਦੋਵੇਂ ਅੱਖਾਂ
ਅੱਖਾਂ ਸਾਡੀਆਂ ਵੇ ਦੂਰੋਂ ਵੇਖ ਇਸ਼ਕ ਤੇਰਾ ਜਿਹੀਆਂ ਹੋਈਆਂ ਨੇ ਦੋਵੇਂ ਅੱਖਾਂ ਸਾਡੀਆਂ ਵੇ ਦੂਰੋਂ ਵੇਖ ਇਸ਼ਕ ਜਿਹੀਆਂ ਹੋਈਆਂ ਨੇ ਦੋਵੇਂ ਅੱਖਾਂ ਸਾਡੀਆਂ ਵੇ
Sahasranamas